ਜਿਹੜਾ ਅੱਜ ਕ੍ਰਾਈਸਿਸ ਆ ਪੋਲੀਟੀਕਲ ਧਿਰਾਂ ਦੇ ਵਿੱਚ ਜਾਂ ਪੰਜਾਬ ਦੀ ਰਾਜਨੀਤੀ ਜਾਂ ਇੰਡੀਆ ਦੀ ਪੋਲਿਟਿਕਸ ਦੇ ਵਿੱਚ ਕ੍ਰਾਈਸਿਸ ਆ ਜਾਂ ਯੂਨੀਵਰਸਿਟੀ ਦੇ ਵਿੱਚ ਕ੍ਰਾਈਸਿਸ ਆ, ਉਹ ਇਕੱਲੇ ਕਿਸੇ ਇੰਡੀਵਿਜੂਅਲ ਦਾ ਦਿੱਤਾ ਹੋਇਆ ਨਹੀਂ। ਉਹ ਕਲੈਕਟਿਵ ਲੀਡਰਸ਼ਿਪ ਜਿਹੜੀ ਇਹਨਾਂ ਦੀ ਪੋਲੀਟੀਕਲ ਧਿਰਾਂ ਦੇ ਆਰਗੇਨਾਈਜ਼ ਕਰਪਟ ਧਿਰਾਂ ਨੇ ਦਿੱਤੀ ਹੋਈ ਹੈ। अगर आपकी पार्टी आती है, जीतती है, प्रेसिडेंट जो हैं वो आपके आ जाते हैं, तो वुमेन एम्पावरमेंट के लिए क्या करेंगे? देखिए, हमारा तो पहला एजेंडा ही यही है कि वी डू बिलीव इन इक्वालिटी। लड़कियों को लेकर के आके पावर में वो तभी हो पाएगा जब हमारी जो पीयू है वो चाहे बेशक लड़के हों या लड़कियां हों वो हमारा साथ दें। हम इस बार ये चाहते हैं कि एक रेवोल्यूशन आए हमारी पार्टी के साइड से और एक लड़की ज़रूर पावर में आई है, क्योंकि लड़कियों का फेस होना बहुत ज़रूरी है। ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਨੈਸ਼ਨਲ ਬੱਸ ਦੇ ਉੱਪਰ ਤੁਸੀਂ ਜੁੜ ਚੁੱਕੇ ਹੋ ਪੀਯੂ ਤੋਂ। ਤਾਂ ਪੀਯੂ ਦੇ ਵਿੱਚ ਜਿਹੜਾ ਅਖਾੜਾ ਹੈ ਵਿਦਿਆਰਥੀਆਂ ਦਾ ਉਹ ਵੀ ਕਿਤੇ ਨਾ ਕਿਤੇ ਭਖਿਆ ਹੋਇਆ। ਤਾਂ ਇਸ ਵਕਤ ਇਲੈਕਸ਼ਨ ਜਿਹੜੇ ਹੈਗੇ ਨੇ ਸਿਰ ਦੇ ਉੱਪਰ ਚੱਲ ਰਹੇ ਨੇ। ਤਾਂ ਸਾਡੇ ਨਾਲ ਭਾਜੀ ਇੱਥੇ ਸੋਹਣੇ ਜਿਹੇ ਹੈਂਡਸਮ ਜਿਹੇ ਸਰਦਾਰ ਹੈਗੇ ਨੇ, ਸੱਥ ਪਾਰਟੀ ਦੇ ਇਸ ਵਾਰ ਦੇ ਪ੍ਰੈਜ਼ੀਡੈਂਟ ਦੇ ਉਮੀਦਵਾਰ ਨੇ ਤੇ ਜੋਤ ਸਿੰਘ ਜੀ ਇਹਨਾਂ ਦਾ ਨਾਮ ਹੈ। ਤਾਂ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤਾਂ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਅੱਛਾ ਜੋਤ ਸਿੰਘ ਜੀ, ਸੱਥ ਪਹਿਲਾਂ ਤਾਂ ਆਪਾਂ ਇਸ ਗੱਲ ਤੇ ਆਵਾਂਗੇ, ਬਾਕੀ ਫਿਰ ਲੰਬੀਆਂ ਜੋੜੀਆਂ ਗੱਲਾਂ ਬਾਅਦ ਦੇ ਵਿੱਚ। ਸੱਥ ਨਾਮ ਕਿਵੇਂ ਚੂਜ਼ ਕੀਤਾ ਸੀ? ਇਹ ਅਸਲ 2017 ਦੇ ਵਿੱਚ ਇੱਥੇ ਡਿਸਕਸ਼ਨ ਗਰੁੱਪ ਬਣਿਆ ਸੀ ਜੀ, ਜਿੱਥੇ ਅਸੀਂ ਡਿਸਕਸ਼ਨ ਡਿਬੇਟਾਂ ਕਰਦੇ ਸਾਂ ਜੋ ਅੱਜ ਸੋਸਾਇਟੀ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਕ੍ਰਾਈਸਿਸ ਆਇਆ ਵੀ ਅਸੀਂ ਇਹਦੇ ਤੇ ਕੀ ਗੱਲਬਾਤ ਇਕੱਤਰ ਹੋਈਏ, ਮਸਲਿਆਂ ਨੂੰ ਵੇਖੀਏ ਵੀ ਟਟੋਲੀ ਉਹਨਾਂ 'ਚ ਕੀ ਚੀਜ਼ਾਂ ਨਿਕਲ ਸਕਦੀਆਂ ਨੇ। ਅਸੀਂ ਸਾਲ ਉਹ ਡਿਸਕਸ਼ਨ ਗਰੁੱਪ ਰਿਹਾ। ਪੰਜਾਬ ਦੇ ਵਿੱਚ ਜਿਵੇਂ ਸੱਥਾਂ ਹੁੰਦੀਆਂ ਨੇ ਜਿੱਥੇ ਰਲ ਮਿਲ ਕੇ ਅਸੀਂ ਆਪਣੇ ਫੈਸਲੇ ਲੈਂਦੇ ਹਾਂ, ਹਰਿਆਣੇ ਜਾਂ ਹਿਮਾਚਲ ਵਿੱਚੋਂ ਪਾਲ ਕੇ ਲੈਂਦੇ ਹਾਂ, ਉਸ ਮਸਲਾ ਸਾਲ ਸਾਡਾ ਚੱਲਿਆ। ਫਿਰ ਅਸੀਂ ਚੀਜ਼ਾਂ ਨੂੰ ਐਨਾਲਾਈਜ਼ ਕੀਤਾ ਵੀ ਕਾਫੀ ਵੀ ਇਕੱਲਾ ਗੱਲਾਂ ਬਾਤਾਂ ਕਰਿਆ ਜਾਂ ਉਹਨਾਂ ਦੇ ਉਹਦੇ ਤੇ ਕਰਨ ਦਾ ਕੋਈ ਫਾਇਦਾ ਨਹੀਂ, ਸਾਨੂੰ ਗਰਾਊਂਡ 'ਚ ਉਤਰਨਾ ਪਏਗਾ। ਕਿਉਂਕਿ ਇਹ ਜਿਹੜਾ ਅੱਜ ਕ੍ਰਾਈਸਿਸ ਆ ਪੋਲੀਟੀਕਲ ਧਿਰਾਂ ਦੇ ਵਿੱਚ ਜਾਂ ਪੰਜਾਬ ਦੀ ਰਾਜਨੀਤੀ ਜਾਂ ਇੰਡੀਆ ਦੀ ਪੋਲਿਟਿਕਸ ਦੇ ਵਿੱਚ ਕ੍ਰਾਈਸਿਸ ਆ ਜਾਂ ਯੂਨੀਵਰਸਿਟੀ ਦੇ ਵਿੱਚ ਕ੍ਰਾਈਸਿਸ ਆ, ਉਹ ਇਕੱਲੇ ਕਿਸੇ ਇੰਡੀਵਿਜੂਅਲ ਦਾ ਦਿੱਤਾ ਹੋਇਆ ਨਹੀਂ। ਉਹ ਕਲੈਕਟਿਵ ਲੀਡਰਸ਼ਿਪ ਜਿਹੜੀ ਇਹਨਾਂ ਦੀ ਪੋਲੀਟੀਕਲ ਧਿਰਾਂ ਦੇ ਆਰਗੇਨਾਈਜ਼ ਕਰਪਟ ਧਿਰਾਂ ਨੇ ਦਿੱਤੀ ਹੋਈ ਹੈ। ਸੋ ਉਹਨੂੰ ਜੇ ਕਿਤੇ ਨਾ ਕਿਤੇ ਚੇਂਜ ਕਰਨਾ ਤਾਂ ਤੁਹਾਨੂੰ ਆਰਗੇਨਾਈਜ਼ ਹੋਣਾ ਪਏਗਾ। ਉਸ ਤੋਂ ਬਾਅਦ ਅਸੀਂ ਇਹ 2018 ਦੇ ਵਿੱਚ ਇਹਨੂੰ स्टूडेंट ऑर्गेनाइजेशन ਦੇ ਵਿੱਚ ट्रांसफॉर्म करता जी। ठीक है, तो सबसे पहले तो ये बात जानना चाहेंगे कि यहाँ पे जो गर्ल्स हैं, गर्ल्स के बारे में हमेशा ही बात जो उठती रही है कि ख़ास तौर पे आपके यहाँ पे बात उठी थी हॉस्टल के बारे में, एक विवाद उठा था। तो तब क्या आपकी जो पार्टी है तब वहाँ पे गई थी? जो आप हॉस्टल नंबर 4 की बात कर रहे हैं, जो सरोजनी हॉस्टल जो हमारे कस्तूरबा हॉस्टल है उसकी जो बैठती हैं वार्डन मैम, उनके खिलाफ केसेस चल रहे हैं। जो 6 लड़कियां जो ऑलरेडी वहाँ पे कर रही थी, इस प्रोटेस्ट को आगे लेके आ रही थी, हम उनके पास गए थे, सारी मसलों से रिलेटेड हमने बात की थी, हम उनका साथ भी देते। अगर वो खुद बैक पे नहीं जाती, वो खुद ही उठ गई, तो हम उनका क्या ही साथ दें? जब वो अपने वर्ड्स पे खुद ही नहीं टिकी, खुद ही वो उठ के वहाँ से चली गई। NSUI आज भी बैठी है वहाँ पे, उनका क्या रिजल्ट निकला है? कुछ भी तो नहीं। वो लड़कियाँ कहाँ पे हैं? वो लड़कियाँ ही गायब हो गई। साथ तो हम उन लड़कियों का देते ना, उन लड़कियों को लेके आए तो हम साथ ज़रूर देंगे उनका, लेकिन वो लड़कियाँ ही नहीं है वहाँ। उनके मामले का कोई हल नहीं निकला? नहीं, अभी तक कोई उनका हल नहीं निकला है। कुछ भी अभी तक कोई स्टेटमेंट नहीं आई है कि वो ठीक हैं, स्टूडेंट ठीक हैं या फिर वार्डन ठीक है। ਉਹਦੇ ਵਿੱਚੋਂ ਕੁਝ ਜਿਵੇਂ ਕੁੜੀਆਂ ਨੇ ਉਹ ਹੋਸਟਲ 'ਚ ਜਿਵੇਂ ਟਾਈਮ ਪੀਰੀਅਡ ਖਤਮ ਹੋ ਗਿਆ, ਉਹ ਸ਼ਾਇਦ ਚਲੀਆਂ ਗਈਆਂ ਨੇ। ਉਸ 1-2 ਕੁੜੀਆਂ ਹੀ ਰਹਿ ਗਈਆਂ ਨੇ, ਉਹ 5-6 ਕੁੜੀਆਂ ਦੇ ਵਿੱਚੋਂ। ਤੇ ਉਹ ਕਾਫੀ ਇਸ਼ੂ ਥੋੜਾ ਉਹਨਾਂ ਪੋਲੀਟੀਕਲ ਧਿਰਾਂ ਨੇ ਜਿਹੜੀਆਂ ਆਪਣਾ ਸਿਰਫ ਇਲੈਕਸ਼ਨ ਨੂੰ ਲਾਹਾ ਲੈਣ ਲਈ ਉਹ ਵਰਤ ਰਹੀਆਂ ਸਨ ਐਜ਼ ਅ ਪੁਆਇੰਟ, ਪਰ ਉਹਦੇ ਵਿੱਚ ਕੋਈ ਏਡੇ ਵੱਡੇ ਮਸਲੇ ਨਹੀਂ ਸਨ। ਉਹ ਬਹਿ ਕੇ ਨਜਿੱਠੇ ਜਾ ਕਿਹੜੀ ਪਾਰਟੀ ਸੀ ਉਹਨਾਂ ਦੇ ਵਿੱਚ ਜਿਹੜੀ ਇਲੈਕਸ਼ਨ ਦਾ ਫਾਇਦਾ ਲੈਣ ਦੇ ਵਾਸਤੇ ਬੈਠੀ ਸੀ? ਵੇਖੋ ਜੀ, ਸਾਰੀਆਂ ਹੀ ਧਿਰਾਂ ਉੱਥੇ ਲਾਹਾ ਲੈਣ ਗਈਆਂ ਨੇ। ਅਸੀਂ ਸਟੂਡੈਂਟ ਆਰਗੇਨਾਈਜੇਸ਼ਨ ਸੱਥ ਬਿਲਕੁਲ ਵੀ ਨਹੀਂ ਗਈ ਹੈ, ਕਿਉਂਕਿ ਉਹ ਮਸਲੇ ਕੁਝ ਐਵੇਂ ਦੇ ਸਨ ਜਿਹੜੇ ਬਹਿ ਕੇ ਪਿਆਰ ਨਾਲ ਵੀ ਨਿਬੜ ਸਕਦੇ ਸਨ। ਉਹਦਾ ਕੋਈ ਏਡਾ ਉਹ ਨਹੀਂ ਸੀ। ਪਰ ਵੈਸੇ ਇੱਕ ਅਫਵਾਹ ਵਾਲੀ ਉਹਦੇ ਵਿੱਚ ਬਿਲਕੁਲ 1-2 ਕੁੜੀਆਂ ਵੀ ਕਿਤੇ ਨਾ ਕਿਤੇ ਥੋੜਾ ਬਹੁਤਾ ਮਸਲੇ ਸਨ, ਉਹਨਾਂ ਬਹਿ ਕੇ ਵੀ ਉਹ ਗੱਲ ਨਿਬੜ ਸਕਦੀ, ਪਰ ਉਹਦੇ ਵਿੱਚ ਕੋਈ ਏਡਾ ਵੱਡਾ ਇਸ਼ੂ ਨਹੀਂ ਸੀ ਜਿੱਡਾ ਵੱਡਾ ਇਸ਼ੂ ਬਣਾਇਆ ਗਿਆ। ਤੇ ਬਾਅਦ ਚੋਂ ਕੁੜੀਆਂ ਆਪਣੇ ਆਪ ਹੀ ਉਹ ਬੈਕਫੁੱਟ ਤੇ ਚਲੇ ਗਿਆ। ਉਹਦੇ ਵਿੱਚ ਫਿਰ ਅਸੀਂ ਕੀ ਕਰ ਸਕਦੇ? वो इशू आराम से रिजॉल्व हो सकता था अगर बैठ के बात की जाती। अगर पॉलिटिकली पार्टी का कोई इन्वॉल्वमेंट नहीं होता तो वो ज़रूर सॉल्व हो जाता बैठ के वार्डन के साथ। अगर आपकी पार्टी आती है, जीतती है, प्रेसिडेंट्स जो हैं वो आपके आ जाते हैं, तो वुमेन एम्पावरमेंट के लिए क्या करेंगे? देखिए, हमारा तो पहला एजेंडा ही यही है कि वी डू बिलीव इन इक्वालिटी। इसलिए हमारी एक गर्ल कैंडिडेट भी खड़ी है, जॉइंट सेक्रेटरी जो नवप्रीत कौर हैं बायोफिजिक्स से। जब यूनिवर्सिटी में 60 से 70% पॉपुलेशन लड़कियों की है, लेकिन पावर में तो नहीं है ना, तो उस पावर को हम लेकर के आना चाहते हैं। एक लड़की को पूरी यूनिवर्सिटी की लड़कियों का फेस बनाना चाहते हैं, इस यूनिवर्सिटी को और अच्छा बनाना चाहते हैं। लड़कियों को लेकर के आके पावर में वो तभी हो पाएगा जब हमारी जो पीयू है वो चाहे बेशक लड़के हों या लड़कियां हों, वो हमारा साथ
साथ दें। हम इस बार ये चाहते हैं कि एक रेवोल्यूशन आए हमारी पार्टी के साइड से और एक लड़की ज़रूर पावर में आई, क्योंकि लड़कियों का फेस होना बहुत ज़रूरी है। जब डोमिनेटिंग है यहाँ तो पावर में भी लड़कियाँ हों। हम ये चाहते हैं इस बार काउंसिल में हमारी लड़की बैठे, हमारे रेवोल्यूशनाइज जो हम प्रेसिडेंशियल कैंडिडेट है जोत सिंह बैठे, ताकि हम एक रेवोल्यूशन ला सकें और जैसे हम इक्वालिटी में बिलीव करते तो एक गर्ल पावर आ सके। बाकी जो कुछ और सीट्स हैं, 2 और सीट्स हैं, उनके लिए आपने नाम आगे क्यों नहीं किए? इस बार हमारी पार्टी जो है वो पहली बार कंटेस्ट कर रही है, ये हमारा पहला स्टेप है, तो हम ऑब्वियसली हम स्टेप बाय स्टेप चढ़ेंगे ना, तो इसलिए पहली बार हम सिर्फ 2 सीट्स के लिए कंटेस्ट। अच्छा भाजी, कोई अपना बैकग्राउंड हैगा, कोई सियासी ਕਿਸੇ ਧਿਰ ਦੇ ਨਾਲ ਜੁੜਦਾ ਹੈ, ਕੋਈ ਸ਼੍ਰੋਮਣੀ ਅਕਾਲੀ ਦਲ, ਕੋਈ ਕਾਂਗਰਸ, ਕੋਈ ਬੀਜੇਪੀ? ਨਹੀਂ ਜੀ, ਵੈਸੇ ਸਾਡਾ ਕੋਈ ਐਸਾ ਸਿਆਸੀ ਬੈਕਗ੍ਰਾਉਂਡ ਨਹੀਂ ਹੈ। ਅਸੀਂ ਆਮ ਜੇ ਘਰਾਂ ਤੋਂ ਆਉਂਦੇ ਆ, ਸਾਡੇ ਕੋਈ ਉਵੇਂ ਨਹੀਂ, ਅਸੀਂ ਘਰ ਦੀ ਫਾਰਮਿੰਗ ਕਰਦੇ ਆ। ਅਸੀਂ ਹਰਿਆਣੇ ਤੋਂ ਬੇਸਿਕਲੀ ਮੈਂ, ਤੇ ਅਸੀਂ ਕੋਈ ਉਵੇਂ ਦਾ ਨਹੀਂ, ਅਸੀਂ ਸ਼ੁਰੂ ਤੋਂ ਜਿਵੇਂ ਸਪੋਰਟਸ ਕਰਦੇ ਉਵੇਂ ਕੋਈ ਨਹੀਂ ਹੈ ਜੀ। ਅੱਛਾ, ਕਹਿੰਦੇ ਪੰਜਾਬ ਯੂਨੀਵਰਸਿਟੀ ਦੀ ਸਿਆਸਤ ਦੇ ਵਿੱਚ ਜੇ ਕੋਈ ਆ ਜਾਂਦਾ ਕੋਈ, ਤਾਂ ਉਹਨੂੰ ਕਦੇ ਨਾ ਕਦੇ ਤਾਂ ਸਿਆਸਤ ਦੇ ਵਿੱਚ ਆਉਣਾ ਹੀ ਪੈਂਦਾ। ਮਤਲਬ ਅਸਲ ਸਿਆਸਤ ਜਿਹੜੀ ਹੈਗੀ ਹੈ ਉਹ ਤਾਂ ਬਾਹਰ ਹੀ ਹੈ, ਇਸ ਗੇਟ ਤੋਂ, ਦਰਵਾਜ਼ੇ ਤੋਂ ਬਾਹਰ ਆ, ਪੀਓ ਤੋਂ। ਤਾਂ ਕੀ ਫਿਊਚਰ ਦੇ ਵਿੱਚ ਪਲਾਨ ਹੈਗੀ ਹੈ ਫਿਰ? ਨਹੀਂ ਜੀ, ਦੇਖੋ ਇਹ ਤੇ ਸਮਾਂ ਤੈਅ ਕਰਦਾ ਵੀ ਬੰਦੇ ਨੇ ਕਿੱਧਰ ਜਾਣਾ, ਪਰ ਤੁਹਾਡੀ ਇੱਕ ਵਿਜ਼ਨ ਹੁੰਦੀ ਹੈ, ਤੁਸੀਂ ਕੀ ਡਿਲੀਵਰ, ਜੇ ਤੁਹਾਡੇ ਵਿੱਚ ਕੈਪੇਬਿਲਿਟੀਆਂ ਨੇ, ਤੁਸੀਂ ਦੇਖਦੇ ਹੋ ਸਮਾਜ ਪੱਖੀ, ਜੇ ਤੁਹਾਡੇ ਕੋਲ ਸਮਾਂ ਹੈ, ਤੁਹਾਡੇ ਕੋਲ એનર્ਜੀ ਹੈ, ਤੇ ਤੁਹਾਨੂੰ ਜੇ ਜ਼ਰੂਰ ਜਾਣਾ ਚਾਹੀਦਾ। ਤੁਹਾਡੇ ਆਪਣੇ ਫਿਊਚਰ ਵਾਸਤੇ ਏਮ ਕੀ ਹੈ? ਸਾਡਾ ਤੇ ਆਵੇ ਜੀ, ਹਾਲੀ ਇੱਥੇ ਅਸੀਂ ਤੈਅ ਵੈਲਫੇਅਰ ਦਾ ਸਿੱਖ ਰਹੇ ਹਾਂ ਲਈ, ਕਿਉਂਕਿ ਇਹ ਪਲੇਟਫਾਰਮ, ਜੋਤ ਸਿੰਘ ਜੀ ਦਾ ਕੀ ਹੈ? ਦੇਖੋ ਜੀ, ਹਾਲੀ ਸਿੱਖ ਰਹੇ ਹਾਂ, ਅੱਗੇ ਜਿਵੇਂ ਦਾ ਸਮਾਂ ਬਣੇਗਾ ਉਸ ਹਿਸਾਬ ਨਾਲ ਦੇਖ ਲਾਂਗੇ। ਕਦੀ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਭੱਜਾਂਗੇ, ਪਰ ਜੇ ਸਾਨੂੰ ਕਿਤੇ ਵਧੀਆ ਥਾਂ ਤੇ ਅਸੀਂ ਕੁਝ ਵਧੀਆ ਕਰ ਸਕੇ ਤੇ ਜ਼ਰੂਰ ਡਿਲੀਵਰ ਵੀ ਕਰਾਂਗੇ। ਇਹ ਗੱਲ ਨਹੀਂ ਕਹਿੰਦੇ ਵੀ ਅਸੀਂ ਭੱਜਾਂਗੇ, ਪਰ ਆਵੇ ਸਿੱਖ ਲਈ ਹਾਲੀ, ਕਿਉਂਕਿ ਅਸੀਂ ਲਰਨਿੰਗ ਪ੍ਰੋਸੈਸ ਦੇ ਵਿੱਚ ਹਾਂ ਜੀ। ਡਿਪਾਰਟਮੈਂਟ ਕਿਹੜਾ ਤੁਹਾਡਾ? ਡਿਪਾਰਟਮੈਂਟ ਆਫ ਲਾਜ਼ ਜੀ। ਇਸ ਤੋਂ ਇਲਾਵਾ ਹੋਰ ਕੀ ਮਤਲਬ ਇਸ ਤਰ੍ਹਾਂ ਦੀ ਕੁਝ ਲੋਕ ਜਿਹੜੇ ਹੈਗੇ ਨੇ ਆਪਣੇ ਜਿਹੜੇ ਕੈਂਡੀਡੇਟ ਨੇ ਉਹਦੇ ਬਾਰੇ ਜਾਨਣਾ ਚਾਹੁੰਦੇ ਹੁੰਦੇ ਨੇ, ਕੀ ਖਾਸੀਅਤਾਂ ਨੇ ਜੋਤ ਸਿੰਘ ਜੀ ਦੇ ਵਿੱਚ? ਦੇਖੋ ਜੀ, ਮੈਂ ਇੱਕ ਸਪੋਰਟਸਮੈਨ ਰਿਹਾ ਵਾਂ, ਨੈਸ਼ਨਲ ਮੈਡਲਿਸਟ 3 ਸਾਲ ਰੈਗੂਲਰ ਰਿਹਾ ਵਾਂ, ਫੈਂਸਿੰਗ ਗੇਮ ਖੇਡਦਾ, ਗੱਤਕਾ ਵੀ ਖੇਡਦਾ, ਉਹਦੇ 'ਚ ਵੀ ਇੰਟਰ ਕਾਲਜ 'ਚ ਰਹੇ ਹਾਂ, ਥੋੜੀ ਬਹੁਤੀ ਸਿੰਗਿੰਗ ਵੀ ਕਰ ਲਈਦੀ ਏ ਹਾਂਜੀ, ਤੇ ਨਾਲੇ ਬਾਕੀ ਹਰ ਚੀਜ਼ ਦੇ ਵਿੱਚ ਐਕਟੀਵਿਟੀ ਜੇ ਪਾਰਟ ਲਈਦਾ ਉਹਨੂੰ ਇੰਜੋਏ ਕਰੀਦਾ ਜੀ। ਅੱਛਾ, ਸਿੰਗਿੰਗ ਕਿਸ ਤਰ੍ਹਾਂ ਦੀ ਕਰ ਲੈਂਦੇ, ਮਤਲਬ ਜਿਹੜੀ ਸੂਫੀਆਨਾ, ਪੰਜਾਬੀ, ਅੰਗਰੇਜ਼ੀ, ਹਿੰਦੀ, ਕਿਹੜੀ? ਬਸ ਜਿਹੜੀ ਥੋੜੀ ਬਹੁਤੀ ਠੀਕ ਲੱਗੇ, ਵੀ ਆਪਣੇ ਹਿਸਾਬ ਨਾਲ, ਵੀ ਗਲੇ ਦੇ ਹਿਸਾਬ ਨਾਲ ਜਾਂ ਹਲਕਾ ਫੁਲਕਾ ਮਿਜਾਜ ਨਾਲ ਰਲਦੀ ਹੋਵੇ ਉਵੇਂ ਦੀ ਕਰ ਲਈ। ਅਗਰ ਤੁਸੀਂ ਸਟੂਡੈਂਟਸ ਦੇ ਮਤਲਬ ਇੱਕ ਸੋਚ ਨੂੰ ਰਿਪਰੈਜ਼ੈਂਟ ਕਰਨ ਵਾਲਾ ਕੋਈ ਅਲਫਾਜ਼ ਸਾਡੇ ਨਾਲ ਜੋੜ ਕੇ ਜਿਹੜੇ ਜੁੜ ਚੁੱਕੇ ਨੇ ਇਸ ਵਕਤ, ਜਿਹੜੇ ਪੀਯੂ ਦੇ ਸਟੂਡੈਂਟ ਨੇ, ਉਹਨਾਂ ਨੂੰ ਕੁਝ 2 ਲਾਈਨਾਂ ਸੁਣਾ ਕੇ ਜਜ਼ਬਾਤ ਆਪਣੇ ਜ਼ਾਹਿਰ ਕਰਨਾ ਚਾਹੋ। ਵੀ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਨਾਲ, ਪਿੱਛੋਂ ਵਾਰ ਖੰਡੇ ਨਾਲ। ਲੈਸਨ ਨਾ ਸੁਣਾਓ, ਤੁਸੀਂ ਸਮਾਰ ਕੇ ਜਿਹੜਾ ਤੁਸੀਂ ਕਿਹਾ ਮੈਂ ਅੱਛੀ ਸਿੰਗਿੰਗ ਕਰ ਲੈਣਾ, ਤਾਂ ਸਿੰਗਿੰਗ ਦਾ ਥੋੜਾ ਅੰਦਾਜ਼ ਤਾਂ ਦਿਖਾਓ। ਕਿਹਾ ਵੀ ਮੈਂ ਸਿੰਗਿੰਗ ਅੱਛੀ ਕਰ ਲੈਣਾ, ਉਹ ਤੇ ਦਰਸ਼ਕ ਤੈਅ ਕਰਦੇ ਆ ਵੀ ਤੁਹਾਨੂੰ ਵੇਖੋ, ਬਾਹਰ ਮੈਂ ਗਾਉਂਦਾ ਰਿਹਾ ਜ਼ਰੂਰ ਇਸ ਗੱਲ ਤੇ, ਪਰ ਮੈਂ ਇਹ ਗੱਲ ਨਹੀਂ ਕਹਿੰਦਾ ਵੀ ਮੈਂ ਘੈਂਟ ਜਾਂ ਮੈਂ ਬੜਾ ਫੰਨੇ ਖਾਵਾਂ ਜਾਂ ਅਸੀਂ ਬੜੇ ਵੱਡੇ। ਥੋੜਾ ਜਿਹਾ ਅੰਦਾਜ਼ ਤਾਂ ਆਹੋ ਜੋ। ਉਹ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ, ਪਿੱਛੋਂ ਵਾਰ ਖੰਡੇ ਨਾਲ, 4 ਹੀ ਤਰੀਕਿਆਂ ਨਾਲ ਕੰਮ ਕਰੇ ਬੰਦਾ ਸਦਾ ਸ਼ੌਂਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ, ਪਿੱਛੋਂ ਵਾਰ ਖੰਡੇ ਨਾਲ। ਨਹੀਂ ਛਾਣ ਤੇ ਅੱਛਾ, ਇਸ ਤੋਂ ਇਲਾਵਾ ਦੇਖੋ ਜੀ, ਸਾਡੇ ਜਿਹੜੇ ਇਸ ਵਕਤ ਨਾਲ ਗੱਲ ਕਰ ਰਹੇ ਨੇ ਭਾਜੀ ਜੋਤ ਸਿੰਘ ਜੀ, ਉਹ ਸਰਵਗੁਣ ਸੰਪੰਨ ਜਿੰਨੇ ਆਪਾਂ ਕਹਿੰਦੇ ਨੇ, ਵੈਸੇ ਔਖੀ ਹਿੰਦੀ ਦੇ ਵਿੱਚ, ਤਾਂ ਉਹ ਵੀ ਨੇ, ਪਲੱਸ ਨਾਲ ਦੀ ਨਾਲ ਸਪੋਰਟਸਮੈਨ ਵੀ ਨੇ, ਠੀਕ ਹੈ, ਗਾਇਕੀ ਜਿਹੜੀ ਹੈਗੀ ਆ ਉਹ ਵੀ ਬਹੁਤ ਅੱਛੀ ਕਰਦੇ ਨੇ। ਖਾਸ ਤੌਰ ਤੇ ਮੇਰੇ ਜ਼ਿਹਨ ਦੇ ਵਿੱਚ ਜਿਹੜੀ ਸਭ ਤੋਂ ਅੱਛੀ ਗੱਲ ਆਈ ਹੈ ਉਹ ਇਹ ਹੈ ਕਿ ਇਹਨਾਂ ਦੀ ਜਿਹੜੀ ਸੋਚ ਹੈ ਉਹ ਬਹੁਤ ਸੋਹਣੀ ਹੈ, ਤੇ ਉਮੀਦ ਕਰਦੇ ਆ ਜਿਹੜੇ ਇਸ ਵਕਤ ਸੁਣ ਰਹੇ ਨੇ, ਵੇਖ ਰਹੇ ਨੇ ਦਰਸ਼ਕ, ਖਾਸ ਤੌਰ ਤੇ ਪੀਯੂ ਦੇ ਸਟੂਡੈਂਟ, ਉਹ ਇਹਨਾਂ ਗੱਲਾਂ ਨੂੰ ਵੋਟਾਂ ਦੇ ਵਿੱਚ ਤਬਦੀਲ ਜ਼ਰੂਰ ਕਰਨਗੇ, ਤੇ ਕਰਨਗੇ ਜਾਂ ਨਹੀਂ ਕਰਨਗੇ, ਖੈਰ ਮੈਂ ਇਹਨਾਂ ਦੇ ਪੱਖ ਦੀ ਗੱਲ ਨਹੀਂ ਕਰ ਰਿਹਾ, ਫਿਰ ਕਹੋਗੇ ਅੱਛਾ ਵੀ ਜਿਹੜਾ ਰਿਪੋਰਟਰ ਹੈ ਉਹ ਉਹਨਾਂ ਦੇ ਪੱਖ ਦੀ ਗੱਲ ਕਰ ਰਿਹਾ, ਬਿਲਕੁਲ ਨਹੀਂ ਕਰ ਰਿਹਾ, ਠੀਕ ਹੈ ਜੀ। ਤਾਂ ਤੁਸੀਂ ਆਪਣੀ ਜਿਹੜੀ ਹੈਗੀ ਹੈ ਪੱਖ ਦੀ ਗੱਲ ਆਪ ਕਰੋ। ਦੇਖੋ ਜੀ, ਅਸੀਂ ਸਾਰੇ ਸਟੂਡੈਂਟ ਨੂੰ ਅਪੀਲ ਆ ਵੀ ਅਸੀਂ 2018 ਤੋਂ ਇੱਥੇ ਕੰਮ ਕਰਦੇ ਆ ਰਹੇ ਹਾਂ ਵੈਲਫੇਅਰ ਦਾ। ਅੱਜ ਤੱਕ ਅਸੀਂ ਕੋਈ ਇਲੈਕਸ਼ਨ ਕੰਟੈਸਟ ਨਹੀਂ ਕੀਤਾ ਬਿਨਾਂ ਪਾਵਰ ਤੋਂ। ਅੱਜ ਤੱਕ ਅਸੀਂ ਮਸਲਿਆਂ ਨੂੰ ਚੱਕਦੇ ਆਏ ਹਾਂ ਤੇ ਉਹਨਾਂ ਨੂੰ ਹੱਲ ਕਰਾ ਕੇ ਦਿਖਾਇਆ। ਅਸੀਂ ਚੀਜ਼ਾਂ ਸਿੱਖ ਰਹੇ ਹਾਂ, ਸਾਡੀ ਪਾਰਟੀ ਸੇ ਨਵੇਂ ਆਮ ਘਰਾਂ ਦੇ ਬੱਚਿਆਂ ਨੂੰ ਮੌਕਾ ਦਿੱਤਾ, ਅਸੀਂ ਅੱਗੇ ਵਧ ਰਹੇ ਹਾਂ ਕੁੜੀਆਂ ਨੂੰ ਮੁੰਡਿਆਂ ਨੂੰ ਨਾਲ ਲੈ ਕੇ। ਤੇ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਸਾਡਾ ਸਾਥ ਦਿਓ ਤਾਂ ਕਿ ਸਿਸਟਮ ਨੂੰ, ਜਿਹੜਾ ਪੋਲੀਟੀਕਲ ਤਰ੍ਹਾਂ ਦਾ ਕਰਪਟ ਸਿਸਟਮ ਹੈ, ਉਹਨੂੰ ਦੂਰ ਕਰ ਸਕੇ, ਜਿਹੜੇ ਸਾਡੇ ਮਸਲੇ ਨੇ ਉਹਨਾਂ ਨੂੰ ਹੱਲ ਕਰ ਸਕੀਏ ਤੇ ਸੁਸਾਇਟੀ ਨੂੰ ਇੱਕ ਬਿਹਤਰ ਲੀਡਰਸ਼ਿਪ ਸੌਂਪ ਸਕੀਏ ਤੇ ਆਪਣੀ ਜ਼ਿੰਦਗੀ ਨੂੰ ਵੀ ਰਚਨਾਈਏ ਐਜੂਕੇਸ਼ਨ ਤੇ ਲੀਡਰਸ਼ਿਪ ਕੁਆਲਿਟੀਜ਼ ਦੇ ਨਾਲ। ਐਂਡਿੰਗ ਦੇ ਵਿੱਚ ਮੈਂ ਸਿਰਫ ਆਖਰੀ ਗੱਲ ਜਿਹੜੀ ਹੈਗੀ ਸਵਾਲ ਪੁੱਛੂੰਗਾ, 5 ਇਸ ਤਰ੍ਹਾਂ ਦੀਆਂ ਚੀਜ਼ਾਂ ਕਿ ਵਾਏ ਸੱਥ बाकी और कोई नहीं, ठीक है जी। मैं 3 पॉइंट आपको क्लियर करूंगी। पहले हम
लीडरशिप में बिलीव करते हैं, हम लीडरशिप क्वालिटी देना जानते हैं। हम दूसरी पार्टीज़ की तरह आपको ख़रीदना नहीं चाह रहे हैं, ना हम चॉकलेट बांटना चाह रहे हैं, ना हम शराबें बांटना चाह रहे हैं, ना पासेस, ना कुछ। हम सिर्फ दे सकते हैं, हमारी टीम जो है सत की, वो सिर्फ एक लीडरशिप क्वालिटी आपको दे सकती है। जैसे हमारा नाम है सत, तो हम सबको साथ लेके चलना चाहते हैं, कलेक्टिव डिसीजन में हम बिलीव करते हैं, और वो लीडरशिप का पहला रूल है। दूसरा, वी डू बिलीव इन डाइवर्सिटी। हमारी जितनी भी टीम है, हमारी टीम को बहुत लोगों ने बोला है कि ये सिर्फ पंजाबीज़ की टीम है। मैं खुद हरियाणा से हूँ, हमारी टीम में बिहार से भी हैं, मणिपुर से भी हैं, अलग अलग रिलीजन से हैं। कोई मुस्लिम है, मैं जाट हूँ, और पंजाबीज़ भी हैं, और गुजरातीज़ भी हैं, मारवाड़ीज़ भी हैं। डाइवर्सिटी पे हमारा बहुत बिलीव रखते हैं हम। और तीसरा हमारा इक्वालिटी, हम इक्वालिटी में भी बहुत बिलीव करते हैं। हमारी जॉइंट सेक्रेटरी जो हैं वो भी एक फ़ीमेल हैं, और किसी भी पार्टी की कोई भी लड़की इलेक्शन इंचार्ज नहीं है। मैं इस सत ऑर्गेनाइजेशन की इलेक्शन कैंपेन इंचार्ज हूँ। इक्वालिटी में ध्यान रखते हुए, रिलीजन का ध्यान रखते हुए, हमारी पार्टी जो है बहुत डाइवर्स है, एक रेवोल्यूशन लाना चाहती है। मैं बस आप लोगों से यही रिक्वेस्ट करूँगी, प्लीज़ हमारी पार्टी को सपोर्ट कीजिएगा। इस बार पावर स्टूडेंट के हाथ में होनी चाहिए, क्योंकि पीयू जो है वो स्टूडेंट्स की है, वोट जो है वो स्टूडेंट का है। तो पावर पॉलिटिकल पार्टी के पास क्यों? स्टूडेंट के पास पावर रखिए। पावर अगर स्टूडेंट ऑर्गेनाइजेशन सत के पास आएगी तो अल्टीमेटली पावर स्टूडेंट के पास है। क्योंकि अगर कोई भी पॉलिटिकल पार्टी जीती, अगर मैं फॉर एग्जांपल एबीवीपी की बात करूं, प्रेसिडेंशियल कैंडिडेट आपको पता ही है हरीश गुज्जर हैं, आप लोगों को उनका बैकग्राउंड चेक करना चाहिए। CYSS हैं, उनका बैकग्राउंड चेक कीजिए। जो उनके सेनेट मेंबर्स हैं, जो यहाँ पे MLAs बैठे हैं, उनके बारे में चेक कीजिए। जो वो रेजोल्यूशन लेकर के आए थे यूनिवर्सिटी में, ABVP हो, CYSS हो, क्या वो पूरा कर रहे हैं? यहाँ पे एज रिलैक्सेशन हुई है पहली बार यूनिवर्सिटी में, उसके बारे में पता कीजिए क्यों हुई है। एक वीडियो वायरल हुई है प्रेसिडेंशियल कैंडिडेट की, प्रेसिडेंशियल फेस ऑफ ABVP जो है, प्लीज़ उसको देखिएगा, अपनी विजन क्लियर कीजिएगा, आइडियोलॉजी क्लियर कीजिएगा। ਕਿਹੜੀ ਵੀਡੀਓ ਵਾਇਰਲ ਹੋਈ ਉਹਨਾਂ ਦੀ ਵੈਸੇ? उनकी एक वीडियो है PU.official पे, प्लीज़ उसको चेक कीजिएगा। ਭਾਜੀ ਤੋਂ ਪੁੱਛ ਲੈਣਾ ਹਾਂਜੀ, ਉਹ ਭਗਵਾਂ ਕਰਨ ਦੀ ਗੱਲ ਕਰਦੇ ਆ। ਉਸ ਕੀ ਗੱਲ ਕਰ ਰਹੇ ਸੀਗੇ ਉੱਥੇ? ਵੀ ਅਸੀਂ ਭਗਵਾਂ ਕਰਨ ਕਰਾਂਗੇ ਜੇ ਇੱਥੇ ਯੂਨੀਵਰਸਿਟੀ ਤੇ ਲਹਿਰਾਵਾਂਗੇ ਉਹ ਚੀਜ਼ਾਂ ਤੇ ਉਹਨਾਂ ਦਾ ਆਪਣੇ ਉਹ ਨੇ। ਵੇਖੋ ਜੀ, ਸਾਡੇ ਜਥੇਬੰਦੀ ਦੇ ਵਿੱਚ ਖੂਬਸੂਰਤੀ ਇਸ ਗੱਲ ਦੀ ਏ ਕਿ ਇਸ ਆਮ ਸਟੂਡੈਂਟਸ ਦੀ ਪਾਰਟੀ ਏ, ਸਾਰਿਆਂ ਨੂੰ ਮੌਕਾ ਦਿੱਤਾ ਜਾਂਦਾ ਹੈ। ਆਮ ਘਰਾਂ ਤੋਂ ਬੱਚੇ ਜੁੜ ਕੇ, ਭਾਵੇਂ ਕੁੜੀਆਂ ਹੋਣ ਭਾਵੇਂ ਮੁੰਡੇ ਹੋਣ, ਅੱਗੇ ਸਿੱਖ ਰਹੇ ਨੇ, ਵੱਧ ਰਹੇ ਨੇ, ਚੀਜ਼ਾਂ ਨੂੰ ਡਿਲੀਵਰ ਬਿਹਤਰ ਕਰ ਰਹੇ ਨੇ। ਠੀਕ ਹੈ, ਆ ਨਹੀਂ ਵੀ ਸਾਨੂੰ ਕੋਈ ਉੱਤੋਂ ਲੀਡ ਕਰ ਰਿਹਾ, ਅਸੀਂ ਆਪਣੇ ਫੈਸਲੇ ਖੁਦ ਆਪ ਲੈਂਦੇ ਆ। ਦੂਜਾ ਇਹ ਜੀ, ਸਾਡੀ ਤੁਸੀਂ ਆਰਗੇਨਾਈਜੇਸ਼ਨ ਦੇ ਵੇਖੋ ਕਿ ਸਾਡੇ ਜਿਹੜਾ ਮੁੰਡਿਆਂ ਦਾ ਵਿੰਗ ਏ ਉਹ ਅਸੀਂ ਮੁੰਡੇ ਆਪ ਲੀਡ ਕਰਦੇ ਨੇ, ਤੇ ਜਿਹੜਾ ਕੁੜੀਆਂ ਦਾ ਵਿੰਗ ਏ ਉਹ ਕੁੜੀਆਂ ਆਪ ਇੰਡੀਪੈਂਡੈਂਟਲੀ ਲੀਡ ਕਰਦੀਆਂ ਨੇ। ਅਸੀਂ ਨਹੀਂ ਚਾਹੁੰਦੇ, ਤੁਸੀਂ ਸਾਡਾ ਦੇਖੋਗੇ ਅਸੀਂ ਹੋਸਟਲ ਕੰਪੇਨ ਤੇ ਨਹੀਂ ਗਏ ਆ, ਸਾਡੀਆਂ ਕੁੜੀਆਂ ਹੀ ਹੋਸਟਲ ਕੰਪੇਨ ਕੱਢਦੀਆਂ ਨੇ। ਉੱਥੇ ਬੜੇ ਮੁੰਡਿਆਂ ਦੇ ਗਰੁੱਪ ਖੜੇ ਹੁੰਦੇ ਨੇ, ਬੜਾ ਹੋਰ ਤਰ੍ਹਾਂ ਦਾ ਮਾਹੌਲ ਹੁੰਦਾ ਹੈ। ਅਸੀਂ ਉਸ ਤੋਂ ਕਿਨਾਰਾ ਕਰਦੇ ਆ, ਨਾ ਸਾਡਾ ਕੋਈ ਉਵੇਂ ਦਾ। ਅਸੀਂ ਚਾਹੁੰਦੇ ਆ ਵੀ ਕੁੜੀਆਂ ਦੀ ਸਪੇਸ ਕੁੜੀਆਂ ਕਵਰ ਕਰਨ, ਵੀ ਉਹਨਾਂ ਨੂੰ ਰਾਈਟ ਏ, ਉਹਨਾਂ ਦਾ ਪਲੇਟਫਾਰਮ, ਉੱਥੇ ਮੁੰਡੇ ਕਿਉਂ ਕਾਬਜ ਹੋਣ, ਉਹ ਆਪਣੇ ਫੈਸਲੇ ਆਪ ਲੈ ਸਕਣ, ਸਿੱਖਣ ਆਪਣਾ, ਤਾਂ ਕਿ ਸਮਾਜ 'ਚ ਜਾ ਕੇ ਵਧੀਆ ਲੀਡ ਕਰ ਸਕਣ। ਠੀਕ ਹੈ ਜੀ। मैं लास्ट में एक ही बात कहना चाहूँगी, जैसे अलाइंसेस हो रही हैं, हमारी पार्टी पहले भी इंडिपेंडेंट थी, आज भी इंडिपेंडेंट है, आगे भी इंडिपेंडेंट रहेगी। हमें अलायंस की ज़रूरत नहीं है। अगर हम पावर में आएंगे तो अपने दम पे आएंगे, किसी के अलायंस के साथ नहीं आएंगे। हम कभी किसी के नीचे नहीं दब के रहेंगे। हमारी पार्टी जो है वो इंडिपेंडेंट खड़ी हुई थी और हमेशा इंडिपेंडेंट रहेगी। ਅਖੀਰ ਦੇ ਵਿੱਚ ਤੁਸੀਂ ਆਪਣੀ ਪਾਰਟੀ ਦੇ ਨਾਲ ਜਿਹੜਾ ਤੁਹਾਡਾ ਕੋਡ ਨੰਬਰ ਹੈ ਉਹਦਾ ਜ਼ਿਕਰ ਕਰ ਦਿਓ, ਤੇ ਨਾਲ ਜਿਹੜਾ ਤੁਹਾਡਾ ਨਾਰਾ ਹੈ ਇਸ ਵਾਰ ਦਾ ਉਹ ਵੀ। हमारा जो पैनल कोड है वो 6006 है। 6 प्रेसिडेंशियल कैंडिडेट के लिए, 6 ही नवप्रीत कौर जॉइंट सेक्रेटरी के लिए है। तो प्लीज़ इस रेवोल्यूशन को सपोर्ट कीजिए। इस बार पावर स्टूडेंट अपने हाथ में रखिए, ना कि पॉलिटिकल हाथ में जाने दीजिए। यूनिवर्सिटी स्टूडेंट की है, पावर भी स्टूडेंट के पास रहेगी। और नारी शक्ति को भी हम बहुत प्रमोट करते हैं। ਸਾਥ ਦਾ ਸਾਥ ਦਿਓ ਜੀ ਅੱਜ ਕੀ। सबको साथ की बहुत नीड है। सो प्लीज़ डू वोट एंड सपोर्ट सत 6006 हमारा पैनल कोड है। 18 तारीख को वोट ज़रूर कीजिएगा। सत का साथ दीजिए, रेवोल्यूशन क्रिएट कीजिए। इस बार इक्वालिटी में हम बिलीव करते हैं, रेवोल्यूशन में आप सपोर्ट कीजिए और विमेन एम्पावरमेंट को सपोर्ट कीजिए। यही हमारा नारा है ਜੀ। ਬਹੁਤ ਬਹੁਤ ਸ਼ੁਕਰੀਆ ਭਾਈ। ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ। ਤੇ ਸਾਡੇ ਨਾਲ ਗੱਲ ਕੀਤੀ ਹੈ ਜੋਤ ਸਿੰਘ ਜੀ ਨੇ, ਤੇ ਨਾਲ ਅੰਕਿਤਾ ਜੀ ਨੇ, ਤੇ ਇਹਨਾਂ ਨੇ ਇੱਕ ਬਹੁਤ ਅੱਛੀ ਜਿਹੜੀ ਆਈਡੀਓਲੋਜੀ ਹੈ, ਸੋਚ ਹੈ, ਉਹਨੂੰ ਪੇਸ਼ ਕੀਤਾ ਹੈ। ਤੇ ਇਸ ਦੇ ਨਾਲ ਹੀ ਇਮਤਿਆਜ਼ ਬਰਾੜ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।